ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਪਤਤ ਪਾਵਨ ਭਗਤ ਵਸ਼ਲ, ਜਹਰਾ ਜਹੂਰ ਹਾਜਰਾ ਹਜੂਰ, ਜੁਗੋ ਜੁਗ ਅਟਲ। ਰਾਜਾਨ ਰਾਜ ਪਾਨਹਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਦੀਨ ਦੁਨੀ ਦੇ ਮਾਲਕ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ। ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਰਬੱਤ ਸੰਗਤ ਨੂੰ। ਸਤਿਗੁਰੂ ਜੀ ਨੇ ਉਦਮ ਬਖਸ਼ਿਸ਼ ਕੀਤਾ, ਜੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕਰਕੇ ਗੁਰਬਾਣੀ ਕੀਰਤਨ ਗੁਰ ਇਤਿਹਾਸ ਸ਼ਰਵਣ ਕਰਕੇ ਆਪਣੇ ਮਿਲੇ ਹੋਏ ਸਮੇਂ ਨੂੰ, ਮਿਲੇ ਹੋਏ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਜੀ ਨੇ ਮਹਾਨ ਮਹਾਨ ਕਿਰਪਾ ਕੀਤੀ ਹੈ, ਜੋ ਮਹਾਂਪੁਰਖਾਂ ਨੇ ਵੱਡਾ ਪਰ ਉਪਕਾਰ ਕਰਦਿਆਂ ਹੋਇਆਂ ਇਸ ਉੱਤਰਾਖੰਡ ਦੀ ਪਾਵਨ ਧਰਤੀ 'ਤੇ, ਕਿਉਂਕਿ ਜਦੋਂ ਦਾਸ ਸੰਗਤਾਂ ਦੇ ਨਾਲ ਵਿਚਾਰ ਕਰਦਾ ਤੇ ਸੰਗਤ ਦੱਸਦੀ ਹੈ ਕਿ ਬਹੁਤ ਸਮੇਂ ਤੋਂ ਅਸੀਂ ਮਹਾਂਪੁਰਖਾਂ ਨੂੰ ਬੇਨਤੀ ਕਰਦੇ ਸੀ ਕਿ ਬਾਬਾ ਜੀ ਆਪ ਜੀ ਚਰਨ ਪਾਵੋ। ਸੋ ਮਹਾਂਪੁਰਖਾਂ ਨੇ ਕਿਰਪਾ ਕੀਤੀ, ਜੋ 2 ਗੁਰਮਤਿ ਸਮਾਗਮ ਇਸ ਇਲਾਕੇ ਦੇ ਵਿੱਚ, ਇੱਕ ਕੱਲ੍ਹ ਗੁਰਮਤਿ ਸਮਾਗਮ ਦੀ ਸਮਾਪਤੀ ਹੋਈ, ਜਿੱਥੇ ਅੱਜ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ। ਅਤੇ ਅੱਜ ਅਸੀਂ ਸਤਿਗੁਰੂ ਜੀ ਦੇ ਚਰਨਾਂ 'ਚ ਇਕੱਤਰ ਹੋਏ ਹਾਂ। ਮਹਾਂਪੁਰਖ ਬਾਬਾ ਬਸੰਤ ਸਿੰਘ ਜੀ, ਬਾਬਾ ਗਿਆਨ ਸਿੰਘ ਜੀ, ਤਿੰਨਾਂ ਦੀ ਬਰਸੀ ਨੂੰ ਮਨਾਉਂਦਿਆਂ ਹੋਇਆਂ ਇਸੇ ਸੰਬੰਧ ਵਿੱਚ ਦਾਸ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਸੋ ਆਓ ਆਰੰਭਤਾ ਸਮੇਂ ਸਾਰੀ ਸੰਗਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ। ਪ੍ਰੇਮ ਸਹਿਤ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ, ਹੈਨ ਵਿਰਲੇ ਨਾਹੀ ਘਣੇ, ਫੈਲ ਫਕੜ ਸੰਸਾਰ। ਸਤਿਗੁਰੂ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਸੰਸਾਰ ਵਿੱਚ ਕੋਈ ਜ਼ਿਆਦਾ ਨਹੀਂ। ਜਿਨ੍ਹਾਂ 'ਤੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ, ਉਹਨਾਂ ਨੂੰ ਸਤਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਜੋੜ ਦਿੰਦੇ ਨੇ। ਭਾਈ ਗੁਰਦਾਸ ਜੀ ਆਪਣੇ ਕਵਿਤ ਸਵਈਆਂ ਵਿੱਚ ਬੜਾ ਸੁੰਦਰ ਬਿਆਨ ਕਰਦੇ ਨੇ। ਕਹਿਣ ਲੱਗੇ ਕਿ ਜਿਸ ਤਰ੍ਹਾਂ ਇੱਕ ਫਲਦਾਰ ਜਿਹੜਾ ਬੂਟਾ ਹੁੰਦਾ ਨਾ, ਉਸ ਨੂੰ ਬਹੁਤ ਸਾਰੇ ਫੁੱਲ ਲੱਗਦੇ ਨੇ, ਪਰ ਉਹਨਾਂ ਵਿੱਚੋਂ ਕੁਝ ਫੁੱਲ ਹੁੰਦੇ ਨੇ ਜਿਹੜੇ ਤੇ ਵੈਸੇ ਹੀ ਝੜ ਜਾਂਦੇ ਨੇ, ਅਤੇ ਕੁਝ ਫੁੱਲ ਹੁੰਦੇ ਨੇ ਜਿਨ੍ਹਾਂ ਨੂੰ ਅੱਗੇ ਜਾ ਕੇ ਫਲ ਪੈਂਦਾ ਹੈ। ਜਿਨ੍ਹਾਂ ਨੂੰ ਫਲ ਪੈਂਦਾ ਨਾ, ਉਹਨਾਂ ਵਿੱਚੋਂ ਵੀ ਕੁਝ ਫਲ ਹੁੰਦੇ ਨੇ ਜਿਹੜੇ ਚੰਗੀ ਤਰ੍ਹਾਂ ਪੱਕਦੇ ਨੇ, ਨਹੀਂ ਤੇ ਕੁਝ ਹੁੰਦੇ ਨੇ ਜਿਹੜੇ ਪੱਕਣ ਤੋਂ ਪਹਿਲਾਂ ਹੀ ਟੁੱਟ ਕੇ ਹੇਠਾਂ ਡਿੱਗ ਪੈਂਦੇ ਨੇ। ਜੇ ਤੇ ਫੂਲ ਫੂਲੇ ਤੇ ਲਾਗਤ ਨਾ ਦ੍ਰਮ, ਲਾਗਤ ਹੈ ਦ੍ਰਮ ਪਰ ਪੱਕ ਨਾ ਸਕਲ ਹੈ। ਕਹਿੰਦੇ ਕਿ ਜਿਹੜੇ ਫੁੱਲ ਲੱਗਦੇ ਨੇ ਉਹ ਜਿੰਨੇ ਚਿਰ ਤੱਕ ਫਲ ਬਣਦੇ ਨੇ ਉਹਨਾਂ ਵਿੱਚ ਕਈ ਬਦਲਾਵ ਆਉਂਦਾ, ਅਤੇ ਵਿਰਲੇ ਹੀ ਹੁੰਦੇ ਨੇ ਜਿਹੜੇ ਫਲ ਪੂਰਨ ਤੌਰ 'ਤੇ ਪੱਕਦੇ ਨੇ। ਦੂਸਰੀ ਉਦਾਹਰਨ ਦਿੰਦੇ ਨੇ, ਜੇ ਤੇ ਸੁਤ ਜਨਮਤ ਜੀਅਤ ਨਾ ਰਹੇ ਤੇ, ਜੀਅਤ ਹੈ ਜੇ ਤੇ ਕੁਲ ਨਾ ਕਮਲ ਹੈ। ਕਹਿੰਦੇ ਸੰਸਾਰ ਵਿੱਚ ਬੜੇ ਬੱਚੇ ਪੈਦਾ ਹੋਏ ਨੇ, ਉਹਨਾਂ ਵਿੱਚੋਂ ਵਿਰਲੇ ਹੁੰਦੇ ਨੇ ਜਿਨ੍ਹਾਂ ਦੀਆਂ ਪਰਮਾਤਮਾ ਦੇ ਘਰਾਂ ਵਿੱਚੋਂ ਲੰਮੀਆਂ ਉਮਰਾਂ ਲਿਖੀਆਂ ਹੁੰਦੀਆਂ ਨੇ, ਅਤੇ ਉਹਨਾਂ ਲੰਬੀਆਂ ਉਮਰਾਂ ਵਾਲਿਆਂ ਦੇ ਵਿੱਚੋਂ ਵੀ ਵਿਰਲੇ ਹੁੰਦੇ ਨੇ ਜਿਹੜੇ ਕਿ ਆਪਣੀ ਕੁੱਲ ਦਾ ਨਾਮ ਰੋਸ਼ਨ ਕਰਦੇ ਨੇ, ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦੇ ਨੇ, ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਦੇ ਨੇ। ਜੇ ਤੇ ਸੁਤ ਜਨਮਤ, ਜੋ ਸੁਤ ਕਹਿੰਦੇ ਨੇ ਬੱਚੇ ਨੂੰ,
जेते सुत जन्मत जियत न रहे तेते, जियत है जेते तेते कुल न कमल है। तीसरी उदाहरण दी है आप जी दे नाल हुणे ढाडी ਸਿੰਘਾਂ ने साध संगत सतगुरु गुरु गोबिंद सिंह जी के इतिहास ਨੂੰ वर्णन किया। गुरु गोबिंद सिंह जी महाराज का इतिहास पढ़िए, क्योंकि जिहड़ा ऐतवार लंघ के गया ना, इसे स्थान पर असीं महापुरखों के चरणों में विचारां कीतियां सन कि जिस वेले सतगुरु जी के चरणों 'च भाई डल्ला जी आउंदे ने, वो कहते मेरे कोल ते 500 नौजवान सी, मैनू हुक्म करदे मैं आ जांदा तुहाडे कोल। सतगुरु जी आप जी नूं आनंदां दी पूरी छड्डनी नहीं सी पैनी। सतगुरु जी आप जी दे साहिबजादे इस तरह शहीद ना हुंदे, मैनू याद ते करदे। जिस वेले सतगुरु जी ने पर उपकार किया, जदों परख की तां उस वेले भाई डल्ले दे सूरबीरां विचों कोई भी अगे नहीं सी आया। केवल जदों सतगुरु जी ने अपने मखार बिंद तो किया तां उस वेले दो सतगुरु जी के प्यारे ने, भाई वीर सिंह ते भाई धीर सिंह, जिन्हां दे कन्नां 'च आवाज़ पैंदी, एक ने दस्तार सजाई सी ते दूजे ने अजे दस्तार साध संगत पूर्ण तौर पर सजाई भी नहीं, अद्धी दस्तार सजाई है। सतगुरु जी के मखार बिंद तो वजन सुन के भज्जे आए कि सतगुरु जी कृपा करो साडे ते गोली चला लवो। ये हुंदा गुरु दे नाल प्यार। भाई गुरदास जी कहते ने जिस वेले जंग की गल आउंदी है ना, उस वेले बड़े सूरबीर होंदे ने जिहड़े अपने तन ते शस्त्र सजा लेंदे ने, पर सारे सूरबीर चंगी तरह जूझना नहीं जानते होंदे। ते जिहड़े जूझना जानते होण ना, उन्हां दे विचों भी विरले हुंदे ने जिहड़ा आपा वारन दे लई मैदान विच उतरदे ने। दल मिल जात जेते सुबट ना होए तेते, जेते सबुट जूझ मरन ना थल है। कहते कि सारे जंग के मैदान में जूझण वाले नहीं होंदे। तीन उदाहरण दे के भाई साहब कहते इस संसार में बड़े जीव आउंदे ने, सारे कहते भी ने कि मैं गुरु का सिख हाँ, मैं किरपा वाला हाँ। आरसी गुरसिख सब ही कहावै, पावक प्रगास भय विरले अचल है। पर जिस वेले सतगुरु जी परख करते ने ना, उदों विरले ही हुंदे ने जिहड़े सतगुरु जी के दर ते प्रवान हुंदे ने। सतगुरु जी बाणी दे विच बख्शिश करते ने, जन्म मरण दोहों मैं नाही, जन पर उपकारी आए। वो सतगुरु जी दे प्यारे हुंदे ने जिहड़े पर उपकार दी मूरत हुंदे ने, जिहड़े संसार दियां जीवां दा भला करन दे लई संसार विच आउंदे ने। जदों असीं हजरत मूसा जी बारे पढ़दे हैं ना, क्योंकि साध संगत जिहड़े रब दे प्यारे हुंदे ने ना, उन्हां दियां सतगुरु जी ने ड्यूटियां लगाईयां हुंदियां ने कि तुसीं परमात्मा दे चरनां दे नाल जोड़ना है। थोड़ा समा पहला पंजाब विच गुरु नानक मल्टीवर्सिटी साध संगत ये एक ट्रस्ट है जिन्हां ने एक बड़ा वड्डा समागम कराया सी। दास नूं भी उस समागम विच जाण दा समा मिलिया। लगभग 44,000 बच्चा उस दे विच पार्टिसिपेट सी। उस विच वड्डे वड्डे कॉलेज भी आए हुए सन। ते उस वेले एक सवाल पुछया गया सी, कहन लगे कि गुरु साहिब जी नूं किहड़ा सिख भाउंदा है ते सतगुरु जी किस दे चरनां दी धूड़ मंगदे ने। हुण सवाल अजीब सी कि गुरु साहिब जी नूं किहड़ा सिख भाउंदा है ते गुरु साहिब किस दे चरनां दी धूड़ मंगदे ने, क्योंकि असीं सारे कहने ना सतगुरु जी असीं आप जी दे चरनां दी धूड़ हाँ, पर सवाल सी गुरु साहिब किस दे चरनां दी धूड़ मंगदे ने। उस वेले सारे बच्चों ने हाथ खड़े कर दिते कि इस तरह तो हो ही नहीं सकता, असीं ते सतगुरु जी दे बच्चे हाँ, फिर गुरु साहिब जी इस तरह क्यों करनगे। तो उस वेले साध संगत जी फिर जवाब दिता गया सी, जो सास ग्रास ध्याए मेरा हर हर, सो गुर सिख गुरु मन भावै, जन नानक धूड़ मंगै तिस गुर सिख की, जो आप जपै अवरै नाम जपावै। सतगुरु जी भी उस गुरमुख प्यारे दे चरनां दी धूड़ नूं लोचदे ने, जिहड़ा आप गुरु दे चरनां दे नाल जुड़िया ते होरनां नूं गुरु दे चरनां दे नाल जोड़दा है। असीं सुखमणी साहिब विच पढ़दे हन, सतगुरु जी कहंदे आप जपो अवरा नाम जपावो। जिथे जीव तू आप नाम जपना ना, उत्थे तू होरनां नूं भी गुरु दे चरनां दे नाल जोड़ना, होरनां नूं भी तू प्रेरित करना है। कल जिस वेले दीवान की समाप्ति हुई, उस वेले दास नूं थोड़ा समा महापुरखों की संगत करन दा मिलिया। तो जिन्ने भी गुरमुख प्यारे महापुरखों नूं मिलदे ना, महापुरख बड़े ही मिठे मिठे वचन उन्हां नाल करदे सन कि तुसीं गुरु दे चरनां दे नाल जोड़ दो। तो मेरे मन दे विच एक विचार आ रही सी कि सतगुरु जी ने अपने प्यारियां दीयां ड्यूटियां किन्नियां प्यारियां लगाईयां ने। जिस वेले हजरत मूसा जी नूं असीं पढ़दे हन, उन्हां दे जीवन की एक बड़ी प्यारी घटना आउंदी है। कहंदे ने एक जंगल दे विच एक बजुर्ग रिहा करदा सी, जिन्हें कुछ क भेडां बकरियां रखियां होईयां सन। एक उस दे कोल गुफा सी। उसने सवेर वेले तो अपनियां भेडां बकरियां नूं छड्ड देना
ਤੇ ਆਪ ਪਰਮਾਤਮਾ ਦੀ ਇਬਾਦਤ ਦੇ ਵਿੱਚ ਲੱਗੇ ਰਹਿਣਾ, ਉਹਨਾਂ ਦਾ ਦੁੱਧ ਛਕਣਾ, ਆਰਾਮ ਕਰਨਾ, ਬਸ ਇੰਨਾ ਕੁ ਉਸ ਦਾ ਕੰਮ ਸੀ। ਇੱਕ ਦਿਨ ਉਸ ਨੂੰ ਕਿਸੇ ਕਾਰਜ ਦੇ ਲਈ ਸ਼ਹਿਰ ਦੇ ਵਿੱਚ ਜਾਣਾ ਪੈ ਗਿਆ, ਬਾਜ਼ਾਰ ਵਿੱਚ ਜਾਣਾ ਪੈ ਗਿਆ। ਜਿਸ ਵੇਲੇ ਸਾਧ ਸੰਗਤ ਉਹ ਬਾਜ਼ਾਰ ਦੇ ਵਿੱਚ ਜਾਂਦਾ ਨਾ, ਉਸ ਵੇਲੇ ਵੇਖਦਾ ਕਿ ਇੱਕ ਮਸਜਿਦ ਦੇ ਵਿੱਚੋਂ ਨਾ ਆਵਾਜ਼ ਆ ਰਹੀ ਸੀ। ਆਵਾਜ਼ ਕੀ ਸੀ ਕਿ ਇੱਕ ਕਾਜੀ, ਇੱਕ ਮੁੱਲਾ ਬੋਲ ਰਿਹਾ ਸੀ, ਕਹਿੰਦਾ ਕਿ ਜਿਹੜਾ ਅੱਲਾ ਹੈ ਨਾ ਉਹ ਇੱਕ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ। ਅੱਲਾ ਦਾ ਕਿਸੇ ਨਾਲ ਕੋਈ ਵੈਰ ਨਹੀਂ, ਪਰਮਾਤਮਾ ਦਾ ਕਿਸੇ ਨਾਲ ਕੋਈ ਵੈਰ ਨਹੀਂ, ਉਹ ਪਰਮਾਤਮਾ ਕਿਸੇ ਤੋਂ ਵੀ ਡਰਦਾ ਨਹੀਂ। ਤੇ ਨਾਲ ਹੀ ਉਸਨੇ ਅਗਲਾ ਬਚਨ ਕੀਤਾ, ਪਰਮਾਤਮਾ ਦਾ ਕੋਈ ਇੱਕ ਥਾਂ ਨਹੀਂ। ਜਿਸ ਵੇਲੇ ਉਸ ਬਜ਼ੁਰਗ ਨੇ ਸੁਣਿਆ ਨਾ, ਸਾਧ ਸੰਗਤ ਸੁਣ ਕੇ ਜਿਹੜਾ ਕਾਰਜ ਸੀ ਕੀਤਾ ਤੇ ਵਾਪਸ ਆਪਣੇ ਉਸ ਥਾਂ ਤੇ ਆ ਗਿਆ। ਜਿਸ ਵੇਲੇ ਸਾਧ ਸੰਗਤ ਜੀ ਥਾਂ ਤੇ ਆਇਆ ਨਾ, ਹੁਣ ਜਿਹੜੇ ਸ਼ਹਿਰ ਵਿੱਚੋਂ ਉਹ ਬੋਲ ਸੁਣ ਕੇ ਆਇਆ ਸੀ ਨਾ, ਉਹੀ ਬੋਲ ਉਹਦੇ ਕੰਨਾਂ ਦੇ ਵਿੱਚ ਵਾਰ-ਵਾਰ ਗੂੰਜ ਰਹੇ ਨੇ ਕਿ ਪਰਮਾਤਮਾ ਇਕੱਲਾ ਹੈ। ਦੂਸਰਾ ਬੋਲ ਸੀ ਪਰਮਾਤਮਾ ਦਾ ਕਿਸੇ ਨਾਲ ਕੋਈ ਵੈਰ ਨਹੀਂ। ਤੀਜਾ ਸੀ ਪਰਮਾਤਮਾ ਕਿਸੇ ਤੋਂ ਡਰਦਾ ਨਹੀਂ। ਜਿਸ ਵੇਲੇ ਉਹ ਬਜ਼ੁਰਗ ਸੋਚਦਾ ਤੇ ਫਿਰ ਪਰਮਾਤਮਾ ਨੂੰ ਮੁਖਾਤਬ ਹੋ ਕੇ ਕਹਿਣ ਲੱਗਾ ਪਰਮਾਤਮਾ, ਮੈਨੂੰ ਇੰਜ ਲੱਗਦਾ ਜਿਵੇਂ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਵੀ ਫਰਕ ਨਹੀਂ ਹੈ। ਜਿਸ ਵੇਲੇ ਉਸਨੇ ਐਸਾ ਬਚਨ ਕੀਤਾ ਨਾ, ਹਜ਼ਰਤ ਮੂਸਾ ਜੀ ਉਸ ਲੰਘ ਰਹੇ ਸਨ ਤੇ ਉਹ ਰੁਕ ਗਏ। ਸੋਚਦੇ ਨੇ ਮੈਂ ਵੇਖਾਂ ਤੇ ਸਹੀ ਬਜ਼ੁਰਗ ਕਹਿੰਦਾ ਕੀ ਹੈ। ਬਜ਼ੁਰਗ ਭੋਲੇ ਭਾ, ਕਿਉਂਕਿ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਨਾ ਕਿ ਭੋਲੇ ਭਾਏ ਮਿਲੇ ਰਗਰਾਇਆ, ਭਾਵ ਕਿ ਭੋਲੇ ਭਾਈ ਪਰਮਾਤਮਾ ਪ੍ਰਾਪਤ ਹੁੰਦਾ। ਚਤਰਾਈ ਨਾ ਚਤਰਭੁਜ ਪਾਈਏ, ਚਤਰਾਈ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹੁਣ ਜਿਸ ਵੇਲੇ ਬਜ਼ੁਰਗ ਬੈਠਾ ਗੱਲਾਂ ਕਰ ਰਿਹਾ, ਕਹਿੰਦਾ ਪਰਮਾਤਮਾ ਮੈਂ ਸੁਣ ਕੇ ਆਇਆ ਕਿ ਤੂੰ ਇਕੱਲਾ ਹੈ, ਤੇ ਕਹਿੰਦਾ ਪਰਮਾਤਮਾ ਇੱਧਰ ਮੇਰੇ ਵੱਲ ਵੇਖ, ਮੈਂ ਵੀ ਤੇ ਇਕੱਲਾ ਹੈ ਨਾ। ਕਹਿਣ ਲੱਗਾ ਪਰਮਾਤਮਾ ਮੈਂ ਸੁਣ ਕੇ ਆਇਆ ਤੂੰ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਰੱਖਦਾ। ਤੇ ਕਹਿੰਦਾ ਪਰਮਾਤਮਾ ਇਸ ਜੰਗਲ ਵਿੱਚ ਬੜੇ ਡਾਕੂ ਨੇ ਜਿਹੜੇ ਲੋਕਾਂ ਨੂੰ ਲੁੱਟਦੇ ਨੇ, ਮੇਰੇ ਕੋਲੋਂ ਕਿੰਨੇ ਰਾਹੀ ਪਾਂਦੀ ਲੰਘਦੇ ਨੇ, ਮੈਂ ਕਦੇ ਵੀ ਕਿਸੇ ਨਾਲ ਵੈਰ ਨਹੀਂ ਕਮਾਇਆ, ਕਦੇ ਕਿਸੇ ਨੂੰ ਮਾਰਿਆ ਨਹੀਂ। ਪਰਮਾਤਮਾ ਮੈਂ ਸੁਣ ਕੇ ਆਇਆ ਤੂੰ ਨਿਰਭਉ ਹੈ, ਤੂੰ ਡਰਦਾ ਨਹੀਂ। ਤੇ ਪਰਮਾਤਮਾ ਵੇਖ ਜੰਗਲ ਦੇ ਵਿੱਚ ਕਿੰਨੇ ਜੰਗਲੀ ਜਾਨਵਰ ਨੇ, ਕਿੰਨੇ ਖੂੰਖਾਰ ਜਾਨਵਰ ਨੇ, ਪਰ ਉਹਨਾਂ ਦੇ ਵਿੱਚ ਮੈਂ ਵੀ ਰਹਿ ਰਿਹਾ। ਵੇਖ ਪਰਮਾਤਮਾ ਮੈਂ ਵੀ ਕਿਸੇ ਤੋਂ ਡਰਦਾ ਨਹੀਂ ਹਾਂ, ਮੈਂ ਵੀ ਤੇਰੇ ਵਰਗਾ ਹੀ ਹਾਂ। ਹੁਣ ਅਗਲੀ ਗੱਲ ਉਸ ਬਜ਼ੁਰਗ ਦੇ ਮਨ ਵਿੱਚ ਆਈ, ਕਹਿੰਦਾ ਪਰਮਾਤਮਾ ਪਰ ਮੈਨੂੰ ਹੁਣ ਇੰਜ ਮਹਿਸੂਸ ਹੁੰਦਾ ਜਿਵੇਂ ਮੈਂ ਤੇਰੇ ਤੋਂ ਥੋੜਾ ਕੁ ਚੰਗਾ ਹੋਵਾਂ। ਹਜ਼ਰਤ ਮੂਸਾ ਜੀ ਹੁਣ ਬੜਾ ਧਿਆਨ ਦਿੰਦੇ ਕਿ ਇਹ ਪਰਮਾਤਮਾ ਤੋਂ ਆਪਣੇ ਆਪ ਨੂੰ ਚੰਗਾ ਸਮਝਣ ਲੱਗ ਪਿਆ। ਉਹ ਬਜ਼ੁਰਗ ਕਹਿੰਦਾ ਮੈਂ ਸੁਣ ਕੇ ਆਇਆ ਪਰਮਾਤਮਾ ਤੇਰਾ ਕੋਈ ਟਿਕਾਣਾ ਨਹੀਂ ਹੈ, ਪਰ ਪਰਮਾਤਮਾ ਵੇਖ ਮੇਰੇ ਕੋਲ ਇਹ ਗੁਫਾ ਹੈ, ਜਿਸ ਵੇਲੇ ਮੀਂਹ ਕਣੀ ਪੈਂਦੀ ਹੈ ਉਸ ਵੇਲੇ ਮੈਂ ਇਸ ਗੁਫਾ ਵਿੱਚ ਵੜ ਕੇ ਗੁਜ਼ਾਰਾ ਕਰ ਲੈਂਦਾ, ਪਰ ਪਰਮਾਤਮਾ ਤੂੰ ਤੇ ਮੀਂਹ ਦੇ ਵਿੱਚ ਭਿੱਜਦਾ ਹੋਵੇਂਗਾ। ਫਿਰ ਅਗਲੀ ਗੱਲ ਕੀਤੀ, ਪਰਮਾਤਮਾ ਜੇ ਤੇਰਾ ਥਾਂ ਨਹੀਂ ਫਿਰ ਤੇ ਤੂੰ ਭੇਡਾਂ ਬੱਕਰੀਆਂ ਵੀ ਨਹੀਂ ਰੱਖੀਆਂ ਹੋਣੀਆਂ, ਪਰ ਵੇਖ ਮੇਰੇ ਕੋਲ ਭੇਡਾਂ ਬੱਕਰੀਆਂ ਵੀ ਨੇ, ਜਦੋਂ ਮੈਨੂੰ ਭੁੱਖ ਲੱਗਦੀ ਹੈ ਤੇ ਮੈਂ ਦੁੱਧ ਛਕ ਲੈਂਦਾ ਹਾਂ। ਕਹਿੰਦਾ ਪਰਮਾਤਮਾ ਇੱਕ ਕੰਮ ਕਰ, ਤੂੰ ਮੇਰੇ ਕੋਲ ਆ ਜਾਵੇਂ ਨਾ, ਨਾਲੇ ਤੇ ਮੈਂ ਤੇਰੇ ਨਾਲ ਦੁੱਖ ਸੁੱਖ ਸਾਂਝਾ ਕਰਿਆ ਕਰਾਂਗਾ, ਨਾਲੇ ਤੈਨੂੰ ਇਹਨਾਂ ਭੇਡਾਂ ਬੱਕਰੀਆਂ ਦਾ ਦੁੱਧ ਛਕਾਇਆ ਕਰਾਂਗਾ। ਜਿਸ ਵੇਲੇ ਇਹ ਗੱਲ ਉਸਨੇ ਕਹੀ ਨਾ, ਅਗਲਾ ਬਚਨ ਕੀਤਾ ਮੇਰੀ ਗੁਫਾ ਦੇ ਵਿੱਚ ਤੂੰ ਵੀ ਰਹਿ ਸਕਦਾ ਹੈ। ਤੇ ਹਜ਼ਰਤ ਮੂਸਾ ਉਸ ਦੇ ਕੋਲ ਗਏ ਤੇ ਉਹਨਾਂ ਨੇ ਜਾ ਕੇ ਬਜ਼ੁਰਗ ਦੇ ਚਪੇੜ ਮਾਰ ਦਿੱਤੀ। ਕਹਿਣ ਲੱਗੇ ਪਰਮਾਤਮਾ ਤੇਰੀ ਇਸ ਗੁਫਾ ਤੇ ਬੈਠਾ, ਪਰਮਾਤਮਾ ਇਹਨਾਂ ਭੇਡਾਂ ਬੱਕਰੀਆਂ ਦੇ ਦੁੱਧ ਤੇ ਬੈਠਾ ਹੈ, ਤੂੰ ਕਿਹੋ ਜਿਹੀਆਂ ਗੱਲਾਂ ਕਰਦਾ। ਹੁਣ ਬਜ਼ੁਰਗ ਨੇ ਜਿਸ ਵੇਲੇ ਚਪੇੜ ਠੁਕੀ ਤੇ ਨਾਲ ਕਹਿਣ ਲੱਗਾ, ਕਹਿੰਦਾ ਮੈਨੂੰ ਨਹੀਂ ਸੀ ਪਤਾ ਪਰਮਾਤਮਾ ਤੇਰੀਆਂ ਗੱਲਾਂ ਐਵੇਂ ਕਰੀਏ ਤੇ ਕਦੇ ਕੁੱਟ ਵੀ ਪੈ ਜਾਂਦੀ ਹੈ, ਮਾਰ ਵੀ ਪੈਂਦੀ ਹੈ। ਹੁਣ ਹਜ਼ਰਤ ਮੂਸਾ ਜਿਸ ਵੇਲੇ ਉਹਦੇ ਕੋਲੋਂ ਚਲਾ ਗਿਆ ਨਾ, ਮਹਾਂਪੁਰਖਾਂ ਦੀ ਡਿਊਟੀ ਕੀ ਹੁੰਦੀ ਹੈ, ਮੇਰਾ ਇਹੀ ਵਿਸ਼ਾ। ਜਿਸ ਵੇਲੇ ਸਾਧ ਸੰਗਤ ਜੀ ਹਜ਼ਰਤ ਮੂਸਾ ਹੁਣ ਉਸ ਦੇ ਕੋਲੋਂ ਚਲਿਆ ਜਾਂਦਾ ਹੈ ਤੇ ਜਾ ਕੇ ਪਰਮਾਤਮਾ ਦੀ ਇਬਾਦਤ ਦੇ ਵਿੱਚ ਜੁੜਨ ਦਾ ਯਤਨ ਕਰਦਾ, ਬੜੀਆਂ ਕੋਸ਼ਿਸ਼ਾਂ ਕਰਦਾ, ਪਰ ਉਸ ਦਾ ਮਨ ਉਸ ਵੇਲੇ ਭੜਕ ਜਾਂਦਾ। ਬੜੀਆਂ ਕੋਸ਼ਿਸ਼ਾਂ ਕਰਦੇ ਨੇ, ਮਨ ਫਿਰ ਭੜਕ ਜਾਂਦਾ। ਅਖੀਰ ਜਦੋਂ ਹਾਰ ਗਏ ਤੇ ਪਰਮਾਤਮਾ ਦੇ ਚਰਨਾਂ 'ਚ ਦੁਹਾਈ ਪਾਈ, ਬੇਨਤੀ ਕੀਤੀ, ਪਰਮਾਤਮਾ ਮੇਰੇ ਤੋਂ ਗੁਨਾਹ ਕੀ ਹੋਇਆ ਹੈ, ਮੇਰੀ ਅੱਜ ਇਕਾਗਰਤਾ ਨਹੀਂ ਬਣ ਰਹੀ। ਤੇ ਉਸ ਵੇਲੇ ਉਸ ਨੂੰ ਆਕਾਸ਼ਵਾਣੀ ਹੋਈ ਸੀ, ਕਹਿਣ ਲੱਗੇ ਹਜ਼ਰਤ ਮੂਸਾ ਤੇਰੀ ਡਿਊਟੀ ਤੇ ਲਾਈ ਹੈ, ਤੂੰ ਟੁੱਟਿਆਂ ਹੋਇਆਂ ਨੂੰ ਜੋੜਨਾ ਸੀ, ਪਰ ਤੂੰ ਤੇ ਜੁੜਿਆਂ ਹੋਇਆਂ ਨੂੰ ਅੱਜ ਤੋੜ ਕੇ ਆ ਗਿਆ। ਤੇਰੀ ਡਿਊਟੀ ਸੀ ਕਿ ਜਿਹੜੇ ਟੁੱਟੇ ਹੋਏ ਨੇ ਉਹਨਾਂ ਨੂੰ ਤੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਦਿੰਦਾ,
पर अज तो तू जुड़िया होया नूं तोड़ के आ गया। कहंदे ये तेरे लिए चंगी गल नहीं। उस वेले हजरत मूसा फिर वापस उस बजुर्ग दे कोल जांदे ते जाके बेनती करते हैं कि मैनूं मुआफ़ करियो, मेरे तो अज वड्डी गलती हुई है। सत संगत जी, सतगुरु जी ने समा बख्शिश किया। जदों जीव दे उत्तम कर्म जागदे ने उस वेले सतगुरु जी किरपा करते हैं, अपने चरणों में जुड़ बैठन का सतगुरु जी समा बख्शिश करते हैं। अज सतगुरु जी ने बड़ा सी साडे ते पर उपकार किया। जो गरधइयां मुंशी नगर में जिथे कल गुरमत समागम सी, अज उत्थे अमृत संचार हो रहा। नाल ये दसंबर के महीने की शुरुआत हुई है। साध संगत ये सारा महीना ही सतगुरु जी दे गुरु गोबिंद सिंह जी महाराज के इतिहास की जदों असीं विचार करते, किधरे सतगुरु जी आनंदां दी पुरी नूं छड्डदे, वड्डे साहिबजादे शहीद हुंदे, छोटे साहिबजादे शहीद हुंदे, सतगुरु जी माछीवाड़े दे जंगल विच आउंदे। किन्ने पर उपकार ने। जिस वेले मातावां ने आके कहा सी ना सतगुरु जी सानूं साडे लाल नज़र नहीं आउंदे, तां सतगुरु जी ने उस वेले संगत वल हथ करके साडे वल हथ करके कहा सी, इन पुत्रन के सीस पर वार दिए सुत चार, चार मुए तो क्या हुआ जीवत कई हजार। एक विद्वान दे बड़े प्यारे बोल ने, वो कहंदा मैं खड़ा उडीकां अपने सिंह सरदारां नूं, मैं मिलना चाहुंदा अपने अजीत जुझारां नूं, जे मेरे हो तां मेरा रूप ही धारियो, जे चले हो सरहंद नूं मेरे प्यारियो, मेरे लालां दे नाल रह के रात गुजारियो। सतगुरु जी ने साडे ते पर उपकार किया। एक विद्वान दे बोल ने, कहंदे जिस वेले नूरे माही ने आके गुरु गोबिंद सिंह जी महाराज नूं दस्सिया सी ना, सतगुरु जी तेरे छोटे साहिबजादे बाबा जोरावर सिंह बाबा फतेह सिंह जी शहीद होए ने। सतगुरु जी ने बड़ा चढ़दी कला विच कहा सी, तू रूबरू सैं उत्थे कोई गल ना छपावी, सचो सची दसी कोई कहर ना कमावी, कोई हंज ते नहीं केरी कोई आह ते नहीं कड्डी, दसी मेरे लालां उची साह ते नहीं कड्डी, तेसी नाल सट जदों पई सी करारी, मेरे फतेह सिंह कोई चीक ते नहीं मारी। ये पुछण दा उसका अंदाज वखरा सी, गुरु गोबिंद सिंह ने वजाया वो साज वखरा सी। सतगुरु जी ने साडे ते बड़े पर उपकार किए ने। सतगुरु जी ने सानू अपने बनाया अपना रूप दिता है, क्योंकि गुरु गोबिंद सिंह जी के अखीरले ये बोल भी ने कि आत्मा ग्रंथ विच शरीर पंथ विच, ते शरीर पंथ विच तां ही होवेगा जे असीं गुरु वाले बन जाते हाँ। सतगुरु जी ने साडे ते रहमतां कीतियां। अज अमृत संचार इस इलाके विच हो रहा। वड्डे भागां वाले ने वो गुरमुख प्यारे जिन्होंने सतगुरु जी ने एक खुशियां दे समय बख्शिश किए ने, जेड़े कि अज गुरु वाले बन रहे ने। सतगुरु जी सारियां नूं किरपा करन, अपने चरणों के नाल जोड़ लैन। विचारां करदियां बेअंत गलतियां हो गईयां, गुरु साहिब आप संगत बख्शण योग हो, बख्श लैना, क्योंकि सत संगत ये थां ही अजिहा है। मैं हर ऐतवार तकरीबन बेनती करदा हुन्ना कि जदों असीं इस अस्थान ते आउंदे ना महापुरखां दे तप अस्थान ते इंज महसूस हुंदा जिवें असीं अपने घर विच बैठे होईए, ते जिस तरह घरे बैठ के असीं खुल के विचारां करदे हां ना, इस तरह सतगुरु जी दे चरनां दे विच विचारां करन दा आनंद हुंदा। सतगुरु जी सानूं सारिआं नूं चरनां दे नाल जोड़ लैण। महापुरखां दा बहुत बहुत धन्नवाद जिन्हां ने वड्डा परोपकार इस इलाके ते कीता। होईआं बेअंत भुलां दी खिमा। बुलाओ जी फतेह। वाहिगुरू जी का खालसा, वाहिगुरू जी की फतेह।